ਔਰ ਗੁਜ਼ਰਦਾ ਵੀ ਵੱਡੇ ਪੱਧਰ ਦੇ ਉੱਤੇ ਆ। ਔਰ ਉਹਦੇ ਕਰਕੇ ਇੰਨੀ ਕੁ ਜ਼ਿਆਦਾ ਮਸਲਾ ਆਉਂਦਾ ਕਿ ਬੱਚਾ ਤੁਹਾਡੇ ਨਾਲ ਗੱਲ ਤਾਂ ਕਰਨਾ ਚਾਹੁੰਦਾ ਹੈ ਜੀ, ਪਰ ਗੱਲ ਦੇ ਵਿੱਚ ਚੱਲਦੇ ਚੱਲਦੇ ਗੱਲ ਰੁਕ ਗਈ, ਕਈ ਹਾਲਾਤਾਂ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਰੁਕ ਗਈ, ਸੋ ਫਿਰ ਗੱਲ ਹੀ ਨਹੀਂ ਹੁੰਦੀ। ਅਕਸਰ ਇਸ ਤਰ੍ਹਾਂ ਦੀ ਜਿਹੜੀ ਚੁੱਪ ਹੈ ਜਦੋਂ ਬੱਚੇ ਦੇ ਜ਼ਿਹਨ ਦੇ ਵਿੱਚ ਪੈ ਜਾਂਦੀ ਆ ਜਾਂ ਤੁਹਾਡੇ ਆਪਣੇ ਖਿਆਲਾਂ ਦੇ ਵਿੱਚ ਪੈ ਜਾਂਦੀ ਆ, ਫਿਰ ਉਹਦੇ ਹਰਜਾਨੇ ਜਿਹੜੇ ਨੇ ਜੀ ਉਹ ਵੱਡੀ ਪੱਧਰ ਦੇ ਉੱਤੇ ਭੁਗਤਣੇ ਆ। ਆਖਰਕਾਰ ਉਸੇ ਵਕਤ ਦੇ ਵਿੱਚ ਅਗਰ ਕੋਈ ਹੋਰ ਬੱਚੇ ਨੂੰ ਮਿਲ ਜਾਵੇ ਜਿਹੜਾ ਨੌਜਵਾਨ ਨੂੰ ਜਿਹੜੀ ਉਹਦੀ ਗੱਲ ਸੁਣਦਾ ਹੋਵੇ, ਉਹਦੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਹੋਵੇ, ਉਹਦਾ ਪ੍ਰਭਾਵ ਬੱਚਾ ਜਿਹੜਾ ਅਸਰਅੰਦਾਜ਼ ਕਰ ਲੈਂਦਾ। ਇਸੇ ਕਰਕੇ ਰਿਕਰੂਟਿੰਗ ਵਾਲੇ ਹੁੰਦੇ ਨੇ ਨਾ, ਕਈ ਵਾਰੀ ਮੌਕੇ ਦੀ ਤਲਾਸ਼ ਹੁੰਦੇ ਆ। ਰੁੱਸਿਆ ਹੋਇਆ ਬੰਦਾ ਹੋਵੇ, ਘਰ ਦੇ ਕਿਸੇ ਵਿਅਕਤੀ ਦੇ ਨਾਲ ਲੜਿਆ ਹੋਇਆ ਵਿਅਕਤੀ ਹੋਵੇ, ਤਾਂ ਉਹ ਬਾਹਰ ਦੇ ਵਿਅਕਤੀ ਦੀਆਂ ਗੱਲਾਂ ਦੇ ਵਿੱਚ ਛੇਤੀ ਆ ਜਾਂਦਾ। ਅਕਸਰ ਉਹ ਆਪਦਾ ਵੀ ਨੁਕਸਾਨ ਕਰ ਲੈਂਦਾ, ਘਰ ਪਰਿਵਾਰ ਦਾ ਵੀ ਨੁਕਸਾਨ ਕਰ ਲੈਂਦਾ। ਜਿਹੜਾ ਨੌਜਵਾਨ ਤਬਕਾ, ਹੁਣ ਮੈਂ ਗੱਲ ਕਰਾਂਗੀ ਤੁਹਾਡੇ ਨਾਲ ਆਪਣਾ ਜਿਹੜਾ ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜਾ ਉਹ ਹਾਦਸਾ ਨਹੀਂ ਵਾਪਰਿਆ, ਆਪਣੇ ਗੋਲੀ ਚੱਲੀ ਆ 148 ਤੇ 8 ਦੇ ਉੱਤੇ। ਜੀ ਜੀ, ਉਹ ਮਰਨ ਵਾਲੇ ਦੀ ਉਮਰ ਕਿੰਨੀ ਹੈ? 20 ਸਾਲ, 20-22 ਸਾਲ। ਔਰ ਉਸੇ ਯੂਥ ਦੇ ਉਹਨੇ ਕੇ ਯੂਥ ਦੇ ਨਾਲ ਸੰਬੰਧਿਤ ਆਸ਼ਨਾ, ਮੈਂ ਹੈਰਾਨ ਆ ਬਈ ਘੱਟ ਸੋਚ ਔਰ ਇੱਕਦਮ ਇਮੋਸ਼ਨਲ ਹੋ ਕੇ ਤੱਤੇ ਧਾਕ ਕਰਨ ਵਾਲੇ ਜਿਹੜੇ ਇਸ ਤਰ੍ਹਾਂ ਦੇ ਕਤਲ ਨੇ, ਉਹਨਾਂ ਦੇ ਬਚਾਅ ਪੱਖ ਵੀ ਕਿੰਨੇ ਕੁ ਸਿਖਾਵੇ ਨੇ। ਪੁਲਿਸ ਨੇ ਗੱਡੀ ਦੀ ਫੋਟੋ ਰਿਲੀਜ਼ ਕੀਤੀ ਹੈ ਜੀ, ਤੇ ਗੱਡੀ ਦੇ ਪਿਛਲੇ ਟਾਇਰ ਦੇ ਵਿੱਚ ਆਪਣਾ ਜਿਹੜਾ ਨਹੀਂ ਹੁੰਦਾ ਜਦੋਂ ਫਲੈਟ ਟਾਇਰ ਹੋ ਜਾਵੇ ਉਹਦੀ ਥਾਂ ਦੇ ਉੱਤੇ ਛੋਟਾ ਟਾਇਰ ਪਾਇਆ ਹੁੰਦਾ ਜੀ, ਉਹ ਪਾਇਆ ਹੋਇਆ, ਉੱਤੇ ਵਾਰਦਾਤ ਕਰਕੇ ਭੱਜਿਆ ਔਰ ਉਸ ਨੂੰ ਛਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਨੌਜਵਾਨ ਤਬਕਾ ਹੈ, ਯੂਥ। ਔਰ ਜਦੋਂ ਨੌਜਵਾਨ ਤਬਕਾ ਹਿੰਸਕ ਵਾਰਦਾਤਾਂ ਨੇ ਜਿਹੜੀਆਂ ਉਹਨਾਂ ਵੱਲ ਨੂੰ ਰੁਚਿਤ ਹੋ ਜਾਵੇ, ਉਹਨਾਂ ਵੱਲ ਨੂੰ ਪ੍ਰਭਾਵਿਤ ਹੋ ਜਾਵੇ, ਉਹਨਾਂ ਨੂੰ ਖਿੱਚਿਆ ਜਾਵੇ, ਫਿਰ ਖਤਰਾ ਬਹੁਤ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਵੱਧਦਾ। ਔਰ ਅਨਫੋਰਚੂਨੇਟਲੀ ਇਹਦੇ ਵਿੱਚ ਕਿੰਨਾ ਹੀ ਕੁਛ ਆਸ਼ਾਨਾ, ਅਗਰੈਸਿਵ ਗੇਮਸ ਦੀ ਵੀ ਗੱਲ ਆ, ਅਗਰੈਸਿਵ ਮਿਊਜ਼ਿਕ ਦੀ ਵੀ ਗੱਲ ਹੈ, ਅਗਰੈਸ਼ਨ ਹੈ ਜਿਹੜਾ ਉਸ ਦੇ ਨਾਲ ਸਭ ਕੁਝ ਪ੍ਰਾਪਤ ਕਰਨ ਦੀਆਂ ਜਿਹੜੀਆਂ ਗੱਲਾਂ ਨੇ ਨਾ, ਉਹ ਬਹੁਤ ਪੱਖੀ ਇਫੈਕਟ ਹੋਏ ਨੇ, ਥੋੜ੍ਹੇ ਨਹੀਂ। ਮਿਊਜ਼ਿਕ ਦੇ ਵਿੱਚ ਜਿੱਥੇ ਐਗਰੈਸ਼ਨ ਆ ਉਹਦਾ ਪ੍ਰਭਾਵ ਹੈ, ਫਿਰ ਉਸ ਤੋਂ ਬਾਅਦ ਚਮਕ ਦਮਕ ਹੈ, ਔਰ ਉਸ ਤੋਂ ਬਾਅਦ ਟੋਲਰੇਟ ਨਾ ਕਰ ਸਕਣਾ। ਇੱਕ ਸੱਭਿਅਕ ਸੋਸ਼ਲ ਬਿਹੇਵੀਅਰ ਹੁੰਦਾ ਸਾਡਾ ਸਮਾਜ ਦੇ ਵਿੱਚ ਰਹਿੰਦੇ ਹੋਏ, ਜਿਸ ਨੂੰ ਪਬਲਿਕ ਕਰਟਸੀ ਕਿਹਾ ਜਾਂਦਾ ਕਿ ਹਾਂ ਸਮਾਜ ਦੇ ਵਿੱਚ ਵਿਚਰਦੇ ਹੋਏ ਤੁਸੀਂ ਦੂਸਰਿਆਂ ਦਾ ਸਤਿਕਾਰ ਵਾਲਾ ਬੋਲ ਚਾਲ ਤੇ ਕਹਿ ਸਕਦੇ ਹਾਂ ਰੱਖ ਰਖਾਵ ਹੈ ਜਿਹੜਾ, ਉਹਦੇ ਵਿੱਚੋਂ ਤੁਸੀਂ ਪ੍ਰੋਟੋਕੋਲ ਵਰਤਦੇ ਹੋ। ਠੀਕ ਉਸੇ ਤਰੀਕੇ ਨਾਲ ਵੀ ਘਰ ਦੇ ਅੰਦਰ ਸਾਡਾ ਪ੍ਰੋਟੋਕੋਲ ਹੋਰ ਹੁੰਦਾ, ਘਰ ਦੇ ਬਾਹਰ ਸਾਡਾ ਪ੍ਰੋਟੋਕੋਲ ਹੋਰ ਹੁੰਦਾ। ਹੁਣ ਤਾਂ ਪੈਰ ਦੀਆਂ ਜੁੱਤੀਆਂ ਤੋਂ ਲੈ ਕੇ ਗੱਲਬਾਤ ਕਰਨ ਤੱਕ ਦਾ ਸਾਰਾ ਨਜ਼ਰੀਆ ਕਾਲਾ ਮਾਲਾ ਹੋਇਆ ਪਿਆ। ਘਰੇ ਪਾਉਣ ਵਾਲੀਆਂ ਜੁੱਤੀਆਂ ਪਾ ਕੇ ਲੋਕ ਬਾਹਰ ਫਿਰਦੇ ਹੁੰਦੇ ਨੇ ਆਸ਼ਾਨਾ, ਤੇ ਜਿਸ ਤਰੀਕੇ ਨਾਲ ਘਰ ਬੈਠ ਕੇ ਤੁਸੀਂ ਆਪਣੀ ਪ੍ਰਾਈਵੇਸੀ 'ਚ ਗੱਲ ਕਰ ਸਕਦੇ ਹੋ, ਉਸ ਤਰ੍ਹਾਂ ਦੀ ਗੱਲਬਾਤ ਬਾਹਰ ਜਨਤਕ ਥਾਵਾਂ, ਚਾਹੇ ਬੱਸ ਅੱਡੇ ਹੋਣ, ਚਾਹੇ ਉਹ ਮਾਲ ਹੋਵੇ, ਚਾਹੇ ਕੋਈ ਬਾਜ਼ਾਰ ਹੋਵੇ, ਚਾਹੇ ਕੋਈ ਸੜਕ ਹੋਵੇ, ਉਹ ਖਤਮ ਹੀ ਹੋ ਗਿਆ। ਜਿਸ ਤਰ੍ਹਾਂ ਸੋਸ਼ਲ ਪ੍ਰੋਟੋਕੋਲ ਹੁੰਦਾ ਸੀ, ਉਹਦਾ ਬੰਦਸ਼ਾਂ ਘਟਣ ਦੇ ਨਾਲ ਇਹ ਵੀ ਜਿਵੇਂ ਸਾਰੇ ਕਮਲੇ ਹੋਏ ਫਿਰਦੇ ਹੁੰਦੇ ਆ। बिल्कुल, गैंग एक्टिविटीज़ के बारे में जब हम बात करते हैं दोस्तों, तो गैंग एक्टिविटीज़ के लिए हमारे इस मुल्क में क्या सोचा जाता है? लीगली ये क्या है? क्या गैंग एक्टिविटीज़ जो है जिसमें इन्वॉल्व होता है कई ऐसे क्रिमिनल एक्टिविटीज़, क्रिमिनल बिहेवियर्स, तो इस मुल्क के लॉ क्या कहता है इसके बारे में? क्या ये लीगल है या इलीगल है? According to the Criminal Code of Canada, being involved in a gang or its activities, or even being aware of gangs' criminal activities, past, present or future, can lead to as many as 14 years in prison. So for example, आप कल एक गैंग में रिक्रूट होते हो, उस गैंग के पहले पास्ट में क्या हुआ है, या वो गैंग का कुछ डिस्कशन की फर्दर क्या करना है फ्यूचर में, या इस वक्त क्या करना है, और आपने इन एक्टिविटीज़ के बारे में कानून को नहीं दसिया, you are as much as responsible as the person who commits the crime. So you could be actually getting behind the jail for at least 14 years. So इस तरह के गैंग एक्टिविटीज़ को
अपनाने से पहले क्या हमारे बच्चों को, हमारे यूथ को ये बात पता होता है कि गैंग्स के साथ अगर जुड़े हुए हो, अगर पास्ट, प्रेजेंट और फ्यूचर के उनके बारे में बात आपको पता हो, तो यू कुड बी इन जेल फॉर 14 ईयर्स। शायद हमारे कई पेरेंट्स को ये बात नहीं पता, दे डोंट नो। इसीलिए कहा जाता है कि इन बातों को कम्युनिटी में ज़्यादा से ज़्यादा बताया करो, सो दैट एवरीबडी नोज। पेरेंट्स अपने बच्चों को बता सकते हैं कि अगर गैंग एक्टिविटीज़ में हो गए, अगर तुमने क्राइम नहीं भी जाके किया, लेकिन एक सुनना जानना उन एक्टिविटीज़ के बारे में, यू कुड लीड टू 14 ईयर्स इन प्रिजन। और जब हम ये लोग बच्चों से ये बातें डिस्कस करेंगे, दैट्स द ओनली टाइम किड्स वुड नो। उनके दिल में एक डर होगा, एक फियर होगा कि मुझे सिर्फ वहाँ बैठकर बातें सुनना, अगर मुझे कानूनी तौर से मुझे जेल जाना पड़े तो व्हाई एम आई इन्वॉल्व्ड इन इट। इस तरह के बच्चों को एजुकेशन नहीं दिया जा रहा है, बहुत कम लोगों को ये बातें पता है। नाले आशना एक गल होर भी है कि ਜਿਹੜੇ ਗੈਂਗ ਦੇ ਤੁਸੀਂ ਮੈਂਬਰ ਬਣਦੇ ਹੋ, ਹਾਈਡਿੰਗ ਇਨਫੋਰਮੇਸ਼ਨ, ਜਾਣਕਾਰੀ ਤੁਹਾਨੂੰ ਪਤਾ ਹੋਵੇ ਔਰ ਤੁਸੀਂ ਉਸ ਨੂੰ ਲੁਕਾਵੋ ਤਾਂ ਤੁਸੀਂ ਬਰਾਬਰ ਦੇ ਕਹਿੰਦੇ ਨੇ ਬਰਾਬਰ ਦੇ ਸ਼ਰੀਕ ਹੁੰਦੇ ਹੋ ਉਸ ਦੇ ਵਿੱਚ। ਗੈਰ ਕਾਨੂੰਨੀ ਗਲਤ ਜਾਣਕਾਰੀ ਫਰਜ਼ ਕੀਤਾ, ਕਿਸੇ ਨੇ ਕਤਲ ਕੀਤਾ ਔਰ ਤੁਹਾਨੂੰ ਪਤਾ ਉਸ ਬੰਦੇ ਨੇ ਕਤਲ ਕੀਤਾ ਔਰ ਤੁਸੀਂ ਉਹ ਜਾਣਕਾਰੀ ਲੁਕੋ ਕੇ ਰੱਖੋ ਜਾਣ ਕੇ ਧਾਰ ਕੇ, ਤਾਂ ਤੁਸੀਂ ਉਸ ਜੁਰਮ ਦੇ ਉਨੇ ਜ਼ਿੰਮੇਵਾਰ ਹੋ। ਜਿਵੇਂ ਕਹਿੰਦੇ ਨਾ ਵੀ ਜ਼ੁਲਮ ਸਹਿਣਾ ਵੀ ਮਾੜਾ ਤੇ ਜ਼ੁਲਮ ਕਰਨਾ ਵੀ ਮਾੜਾ ਜੀ। ਸਹਿਣੇ ਹੋ ਤਾਂ ਤੁਸੀਂ ਵੀ ਪ੍ਰੋਤਸਾਹਿਤ ਕਰਦੇ ਹੋ। ਠੀਕ ਉਸੇ ਤਰੀਕੇ ਨਾਲ ਹਿੰਸਕ ਵਾਰਦਾਤ ਕਿਤੇ ਵੀ ਕੋਈ ਵੀ ਕਰਦਾ ਹੈ ਔਰ ਤੁਹਾਡੇ ਪਾਸ ਜਾਣਕਾਰੀ ਹੋਵੇ, ਤੁਹਾਨੂੰ ਸੰਬੰਧਿਤ ਅਧਿਕਾਰੀਆਂ ਤੱਕ ਜ਼ਰੂਰ ਪਹੁੰਚ ਕਰਨੀ ਚਾਹੀਦੀ ਹੈ ਔਰ ਦੱਸਣਾ ਚਾਹੀਦਾ। ਮੈਂ ਮੰਨਦੀ ਹਾਂ ਜ਼ਿਆਦਾਤਰ ਹਿੰਸਕ ਜਿਹੜੇ ਇਸ ਤਰ੍ਹਾਂ ਲੋਕ ਹੁੰਦੇ ਨੇ ਆਸ਼ਾ ਨਾ, ਉਹ ਇਸੇ ਚੀਜ਼ ਦੇ ਉੱਤੇ ਦਾਰੋ ਮਦਾਰ ਉਹਨਾਂ ਦਾ ਟਿਕਿਆ ਹੁੰਦਾ ਕਿ ਕਿਸੇ ਪਾਸ ਜੇ ਜਾਣਕਾਰੀ, ਉਹ ਡਰ ਦੇ ਹੇਠਾਂ, ਪ੍ਰਭਾਵ ਦੇ ਹੇਠਾਂ ਕਿਸੇ ਨੂੰ ਦੱਸੇ ਨਾ। ਜੇ ਦੱਸੇ we will see you, ऐसे डर करके चुप रहे। हाँ, बुली। वैसे दीदी अगर हम क्राइम के बारे में देखें तो कनाडा में सबसे जो नंबर 1 क्राइम है वो क्या है? It's not murder. What is the number 1 crime in Canada? Sexual violations against children, assault level 1 and 2, homicide, extortion, harassing, threatening behaviors, violent firearm violations. Overall, the violent CSI is increased 5% in 2021 to 92.5. This follows 3% drop in 2020 after 5 years of increases. वैसे आपको पता है दीदी, बच्चे जब इस एज में कहते हैं जो गैंग एज है वो 24 तक है ना। 24 years old बच्चों को उनके अगर गैंग्स में रिक्रूट हो जाता है और उन्हें अगर एक गन फड़ा दिया जाओ, दे गोना बी प्लेइंग विद इट, दे इधर उधर सारी तरफ को मारेंगे। सेक्सुअल वायलेशंस अगेंस्ट चिल्ड्रन, ये जो बच्चे हैं जो 20 साल वाले, इनके जो कजन्स है, नेफ्यूज है, फलाना है 8 साल के, 10 साल के, 11 साल के, दे विल ट्राई टू रिक्रूट देम। अगर लड़के हैं, लड़कियां हैं तो उन्हें यूज़ करेंगे सेक्सुअल वायलेशंस में जी। इस तरह की हरकतें आजकल हमारे कम्युनिटी में चल रही हैं। ये कड़वा सच है लेकिन है सच। इन बातों को हम में से कितने लोग अंडरस्टैंड करते हैं? हम में से कितने लोग इन बातों पर गौर करते हैं? हम जहाँ पर सेक्सुअल वायलेशंस के बारे में बात करते हैं, वो कहते हैं ना ना ना, हमने अपने बच्चों के सामने ये गल नहीं करनी, वी नॉट गोना टॉक अबाउट इट। कोई भी सेक्स के बारे में गल नहीं करनी बच्चों के सामने। दिस इज द टाइम यू हैव टू एजुकेट योर किड्स। अगर तुम्हारा बच्चा 10, 11, 12 साल का है और तुम्हारे चाहे भाई है या कज़न्स है या अंकल्स है या उन बच्चों के कज़न्स है, नेफ्यूज़ हैं, उनके साथ ज़्यादा टाइम बिताने लगते हैं, ज़्यादा टाइम उनके साथ घर से बाहर होते हैं, वो उनको सामान ले कर देते हैं। दे बाय स्टफ फॉर देम, दे बाय देम मील्स, डिनर, लंच। यू हैव टू बी अलर्ट। क्यों हो रहा है ये? हम लोग कहते हैं नहीं नहीं नहीं, कज़न्स है,
उसमें क्या बड़ी बात है? ऐसे ही जब बाहर जाते हैं बच्चे तो गलत काम करना सीखते हैं। How many of us have asked our kids, अगर उनके elder cousins या uncles उन्हें कोई buy करके देते हैं और हमने बच्चों से पूछा who gave it to you? Why did he give it to you? फिर जब आपके मुलाकात होते हैं उन लोगों से तो क्या उनसे पूछते हो कि why did you buy this for my son? हम लोग अप्रिशिएट करने लगते हैं, वो देखो उसने हम मेरे बेटे को ये बाय करके दिया। पर तरीका क्या है एट द बैक ऑफ द सीन? यू डोंट रियली केयर। यही पर प्रॉब्लम्स क्रिएट होना शुरू होती हैं। ਨਾਲੇ ਇੱਕ ਗੱਲ ਹੋਰ ਵੀ ਆਸ਼ਾ ਨਾ, ਹਾਂਜੀ। ਬਥੇਰੀ ਦਫਾ ਜਦੋਂ ਰਿਸ਼ਤੇਦਾਰੀ ਦੇ ਵਿੱਚ ਕੋਈ ਇੱਕ ਭੈਣ ਭਾਈ ਨਾ ਥੋੜਾ ਜਿਹਾ ਫਾਈਨੈਂਸ਼ਲੀ ਜ਼ਿਆਦਾ ਸਾਊਂਡ ਨਾ ਹੋਵੇ, ਉੱਥੇ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਦੇ ਅਸਾਰ ਹੋਰ ਵੱਧ ਜਾਂਦੇ, ਕਿਉਂਕਿ ਪੈਸੇ ਦੇ ਹੇਠਾਂ ਪ੍ਰਭਾਵਸ਼ਾਲੀ ਦੂਸਰੇ ਨੂੰ ਇਨਕਰੇਜ ਕਰਦੇ ਆ ਔਰ ਸਾਹਮਣੇ ਵਾਲਾ ਝੇਪ ਮੰਨਦਾ, ਪੰਜਾਬੀ 'ਚ ਝੇਪ ਕਹਿੰਦੇ ਵੀ ਹਾਂ ਉਹ ਝੇਪ ਮੰਨਦਾ। ਜਦੋਂ ਝੇਪ ਮੰਨਦਾ ਉਦੋਂ ਝੇਪ ਮੰਨਣ ਦੇ ਵਿੱਚ ਕਿਧਰੇ ਤੁਹਾਡੀ ਜ਼ਿੰਦਗੀ ਦਾ ਅਸਲੀ ਜਿਹੜਾ ਤੁਹਾਡਾ ਖਜ਼ਾਨਾ ਤੁਹਾਡੇ ਬੱਚੇ ਨੇ ਉਹ ਤਾਂ ਨਹੀਂ ਤੁਸੀਂ ਭੇਂਟ ਚੜਾਈ ਜਾ। ਜੇ ਤੁਸੀਂ ਝੇਪ ਮੰਨਦੇ ਹੋ ਤਾਂ ਤੁਹਾਡੇ ਬੱਚੇ ਵੀ ਇਸ ਗੱਲ ਦੀ ਝੇਪ ਮੰਨਦੇ ਹੋਣਗੇ। ਔਰ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਅਕਸਰ ਪੈਸੇ ਦਾ ਹੀ ਤਰਾਜੂ ਚੱਲ ਰਿਹਾ ਔਰ ਪੈਸੇ ਦੇ ਤਰਾਜੂ ਦੇ ਹੇਠਾਂ ਹਰ ਇੱਕ ਜਿਹੜਾ ਵਿਅਕਤੀ ਹੈ ਉਹ ਇਹ ਸੋਚਦਾ ਵੀ ਜਿਹਦੇ ਪਾਸ ਜਿੰਨਾ ਜ਼ਿਆਦਾ ਪੈਸਾ ਹੈ, ਜਿੰਨੀਆਂ ਜ਼ਿਆਦਾ ਪ੍ਰੋਪਰਟੀਜ਼ ਨੇ, ਜਿੰਨੀਆਂ ਜ਼ਿਆਦਾ ਮਹਿੰਗੀਆਂ ਗੱਡੀਆਂ ਕਾਰਾਂ ਤੇ ਗਹਿਣਾ ਗੱਟਾ ਹੈ, ਖਾਨੀ ਉਹੀ ਜ਼ਿਆਦਾ ਸੁਖੀ ਨੇ, ਸ਼ਾਇਦ ਉਹੀ ਜ਼ਿਆਦਾ ਖੁਸ਼ ਨੇ। ਔਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਕਿ ਇਹਨਾਂ ਚੀਜ਼ਾਂ ਦਾ ਖੁਸ਼ ਰਹਿਣ ਨਾਲ, ਸੁਖੀ ਰਹਿਣ ਨਾਲ ਦੂਰ ਦੂਰ ਤੱਕ ਦਾ ਸੰਬੰਧ ਹੈ ਨਹੀਂ। ਔਰ ਯਾਦ ਰਹੇ ਕਿ ਜ਼ਿਆਦਾਤਰ ਉਹ ਲੋਕ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਜ਼ਿਆਦਾ ਪੈਂਦੀ ਆ ਉਹ ਅੰਦਰੋਂ ਨਾ ਖੁਸ਼ ਹੁੰਦੇ ਨੇ। ਉਹ ਅੰਦਰਲੀ ਖੁਸ਼ੀ ਪੂਰੀ ਕਰਨ ਦੀ ਬਜਾਏ ਉਹ ਇਹਨਾਂ ਚੀਜ਼ਾਂ ਨਾਲ ਭਰਨ ਦੀ ਕੋਸ਼ਿਸ਼ ਕਰਦੇ ਆ। ਔਰ ਇਸੇ ਖਲਾ ਨੂੰ ਉਹ ਲੋਕ ਜਿਹੜੇ ਤੁਹਾਤੋਂ ਵਾਇਲੈਂਟ ਐਕਟੀਵਿਟੀ ਕਰਵਾਉਣਾ ਚਾਹੁੰਦੇ ਆ ਨਾ, ਉਹ ਇਹਦਾ ਫਾਇਦਾ ਉਠਾਉਂਦੇ। ਉਹਨਾਂ ਨੂੰ ਪਤਾ ਹੈ ਵੈਕਿਊਮ ਆ, ਉਸ ਵੈਕਿਊਮ ਦੇ ਵਿੱਚ ਉਹ ਆਪਣਾ ਚੁੱਪ ਕਰਕੇ ਆਪਣਾ ਦਾਰੋ ਮਦਾਰ ਧਰ ਦਿੰਦੇ ਆ, ਚਾਹੇ ਉਹ ਖਾਣੇ ਦੇ ਰੂਪ ਦੇ ਵਿੱਚ ਹੋਵੇ, ਚਾਹੇ ਚੀਜ਼ਾਂ ਦੇ ਰੂਪ ਦੇ ਵਿੱਚ ਹੋਵੇ, ਚਾਹੇ ਲਾਲਚ ਦੇ ਰੂਪ ਦੇ ਵਿੱਚ ਹੋਵੇ। ਔਰ ਉਹਨਾਂ ਲਈ ਰਿਕਰੂਟ ਪੱਕਾ ਹੋ ਜਾਂਦਾ ਇਨਸਾਨ। ਨਾਲ ਦੀ ਨਾਲ ਇੱਕ ਗੱਲ ਹੋਰ ਵੀ ਦੇਖਣ ਚਾਹੀ ਹੈ ਕਿ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਵਾਇਲੈਂਟ ਐਕਟੀਵਿਟੀਜ਼ ਦੇ ਵਿੱਚ ਪਾ ਕੇ ਉਹਨਾਂ ਦਾ ਭਵਿੱਖ ਤਬਾਹ ਕਰਨਾ, ਇਹ ਇੱਕ ਤਰੀਕਾ ਕਿਸੇ ਦੇ ਵੀ ਪਰਿਵਾਰ ਨੂੰ, ਕਿਸੇ ਦੇ ਬੱਚੇ ਨੂੰ ਜਿਹੜਾ ਗੁੰਮਰਾਹ ਕਰਕੇ ਉਹ ਤੋਂ ਬਦਲਾ ਲੈਣ ਦੀ ਪ੍ਰਵਿਰਤੀ ਹੇਠਾਂ ਵੀ ਕੀਤਾ ਜਾਂਦਾ। बिल्कुल, we'll be right back after a quick commercial break। साथ जरूर देते रहिए, सुनते रहिए www.mwlive.ca। सिमर, राज, मीरा, अमर सारे कहंदे चलो हवेली बिस्ट्रो। आज तो हद हो गई। हीरो ने भी कहा शाम नू चलदे आ हवेली बिस्ट्रो। ये हवेली बिस्ट्रो की है जी? ਹਵੇਲੀ ਬੀਸਟੋ 7488 ਕਿੰਗ ਜਾਰਜ ਬੁਲੇਵਾਰਡ ਦੇ ਉੱਪਰ ਬਿਹਤਰੀਨ ਖਾਣੇ ਖਾਣ ਤੇ ਜਸ਼ਨ ਮਨਾਉਣ ਦੀ ਥਾਂ ਹੈ। ਤੁਸੀਂ ਵੀ ਸ਼ਾਮ ਦੋਸਤਾਂ ਮਿੱਤਰਾਂ ਨਾਲ ਮਨਾਉਣਾ ਚਾਹੁੰਦੇ ਹੋ ਜਾਂ ਫਿਰ ਘਰ ਪਰਿਵਾਰ ਦੇ ਨਾਲ ਚੰਗੀ ਤਰ੍ਹਾਂ ਬੈਠ ਕੇ ਵਧੀਆ ਫੈਸਿਲਿਟੀ ਚ ਲਾਜਵਾਬ ਖਾਣੇ ਦਾ ਆਨੰਦ ਮਾਣਨਾ ਹੈ ਤਾਂ ਚਲੋ ਹਵੇਲੀ ਬੀਸਟੋ। ਯੂਨਿਟ ਨੰਬਰ 350748 ਕਿੰਗ ਜਾਰਜ ਬੁਲੇਵਾਰਡ 6045031266 ਹਵੇਲੀ ਬੀਸਟੋ। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਨਿਟ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। मोरनी वंगा तुरंत दा मजा तक गुड डील कार्पेट्स ते फ्लोरिंग ते ही आउंदा। घर बना रहे हो या रेनोवेट कर रहे हो ता गुड डील कार्पेट्स एंड फ्लोरिंग लिमिटेड वालियां नाल गल करो, जिथे आला दर्जे दे कारपेट्स, हार्डवुड फ्लोर्स ही नहीं बल्कि लैमिनेट, वाइनल ते कारपेट टाइल्स भी मन पसंद लो। यूनिट नंबर 12 7788 132 स्ट्रीट। सेल्स ते इंस्टॉलेशन ਲਈ करो कॉल सनी परमार 6045056462 या फिर हैप्पी अरोड़ा 6043389443। गुड डील कारपेट्स एंड फ्लोरिंग लिमिटेड।
मच। रुक रुक रुक, मोड़ गड्डी, मैं तो पर्ची पानी भुल गई। ਹੁਣ ਕਿਹੜੀ पर्ची पानी भूल गई? गच्चा ब्रदर्स तो समान तो ले आई, पर आईफोन ते इनाम जितने वाली पर्ची पानी मैं भुल गई। गच्चा ब्रदर्स लेके आए हैं विसाखी कॉन्टेस्ट, जिस दे विच जित सकते हो आईफोन ते होर भी बहुत सारे इनाम। और उस दे लई तुसी अपने नेड़े दे लोकल गच्चा ब्रदर्स दे स्टोर दे ते जाओ, भाग लो। टर्म्स एंड कंडीशंस अप्लाई। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ रॉक। फैमिली केयर फार्मेसी। मीडिया वेज के प्लेटफॉर्म तो जी प्रोग्राम आप सब तक पहुँचा रहे हैं। डायरैक्ट फर्नीचर वाले बेस्ट क्वालिटी का फर्नीचर लाजवाब कीमतों के उत्ते लैण लई डायरैक्ट फर्नीचर ते पधारो। सूरी साहब उन्होंने 604 572 55 53 के उत्ते कर सकते हो कॉल। बाकी पायलचाट हाउसरी का पहला रेस्टोरेंट है जो 24 घंटे खुलता, किसी भी टाइम खाने ऑर्डर करो या बैठ के खाओ। पायल बिजनेस सेंटर विखे 604 596 1990 से कर सकते हो कॉल। 100 बंदे तक की केटरिंग लिए हरनीक होਰਾਂ ਦਾ ਟੈਲੀਫੋਨ ਨੰਬਰ 604 518 74 44 है। ਗਿੱਲ ਇੰਟਰਨੈਸ਼ਨਲ ਟਰੈਵਲ 1982 ਤੋਂ ਸਭ ਤੋਂ ਵੱਡੀ ਇੰਡੀਅਨ ਟਰੈਵਲ ਏਜੰਸੀ ਨੇ, ਜਿਹੜੇ ਕਿ ਹੁਣ ਆਪਣੇ ਬਿਜ਼ਨਸ ਦੇ ਵਿੱਚ ਵਾਧਾ ਕਰ ਰਹੇ ਨੇ। ਔਰ ਇਹਨਾਂ ਨੂੰ ਤਜਰਬੇਕਾਰ ਟਰੈਵਲ ਏਜੰਟਸ ਦੀ ਤੁਰੰਤ ਜ਼ਰੂਰਤ ਹੈ। ਤਨਖਾਹ ਵਧੀਆ ਦਿੱਤੀ ਜਾਏਗੀ, ਬੈਨੀਫਿਟਸ ਲਾਜਵਾਬ ਨੇ ਜੀ। ਔਰ ਰਿਸਪੈਕਟਡ ਬਿਜ਼ਨਸ ਲੀਡਰ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਹੈ। ਤੁਹਾਡੇ ਪਾਸ 1 ਤੋਂ 2 ਸਾਲ ਦਾ ਤਜਰਬਾ ਚਾਹੀਦਾ ਹੈ। 에ਅਰਲਾਈਨ ਸਿਸਟਮ ਜਿਹੜਾ GDS ਸਿਸਟਮ ਹੈ ਉਸ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ। और सो इस करके बेहतरीन अपॉर्चुनिटी का बिल्कुल हथों ना जान दो। करो संपर्क गिल इंटरनेशनल ट्रैवल दे पॉल गिल होरां नाल 604 833 9500। बाकी क्रिमिनल लॉयर गगन नाहल प्रोग्राम के स्पॉन्सर ने जी। क्रिमिनल चार्जिस का सामना कर रहे हो, कोई फौजदारी मामला तो 604 527 47 69 के उत्ते इन्हां नाल संपर्क करो। 6625 152 A स्ट्रीट के उत्ते पैंदे क्रिमिनल लॉयर गगन नाहल का दफ्तर है। 604 527 4769 ਦੇ ਉੱਤੇ ਕਰੋ ਕਾਲ। BC ਅਲਬਰਟਾ, ਮੈਨੀਟੋਬਾ ਤੇ ਅੰਟਰੀਓ ਵਰਗੇ 4 ਸੂਬਿਆਂ ਦੇ ਵਿੱਚ ਬੜੇ ਪੇਚੀਦਾ ਕੇਸ ਜਿੱਤ ਕੇ ਆਪਣੇ ਕਲਾਇੰਟਸ ਨੂੰ ਦੇ ਚੁੱਕੇ ਨੇ। ਬਾਕੀ ਮਾਨ ਐਂਡ ਕੋਬੇਕ ਸ਼ਾਪ ਵਾਲੇ ਆਲਾ ਦਰਜੇ ਦਾ ਤੁਸੀਂ ਕੇਕਸ, ਕੱਪ ਕੇਕਸ ਤੇ ਪੇਸਟਰੀਜ਼ ਲੈਣੀਆਂ ਨੇ ਤਾਂ ਫ੍ਰੈਂਚ ਪੇਸਟਰੀ ਸਕੂਲ ਤੋਂ ਸਿੱਖਿਆ ਪ੍ਰਾਪਤ ਨੌਜਵਾਨ ਬੇਕਰ ਜੁਝਾਰ ਸਿੰਘ ਮਾਨੂ ਨੂੰ ਕਰੋ ਸੰਪਰਕ 604 503 1353 ਦੇ ਉੱਤੇ। ਪਤਾ ਹੈ 134117 ਜੀ ਹਾਂ। ਮਾਨ ਐਂਡ ਕੋਬੇਕ ਸ਼ਾਪ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਬਾਕੀ ਇੰਸ਼ੋਰੈਂਸ ਦੇ ਮੁਤਲਕ ਪੁਖਤਾ ਸਲਾਹ ਲੈਣੀ ਹੈ ਤਾਂ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ ਹੋਰਾਂ ਨੂੰ ਇੱਕ ਕਾਲ ਜ਼ਰੂਰ ਕਰੋ। 604 363 2200 ਦੇ ਉੱਤੇ planinsurance.ca ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। मीडिया वेज के प्लेटफॉर्म तो जी प्रोग्राम के गलबात का सिलसिला जारी रखते हुए और गल है नौजवान तबके का हिंसक वारदातों वाल नूं झुका और हिंसक वारदातां दे विच जिहड़ी बढ़ोतरी है उहदे की कारण ने, किन्ने कारण ने ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ। ਨਾਲ ਦੀ ਨਾਲ ਕਹਿ ਸਕਦੇ ਹਾਂ ਸਾਇੰਸ ਜਿਨ੍ਹਾਂ ਦੇ ਪ੍ਰਤੀ ਮਾਪੇ ਜਿਹੜੇ ਨੇ ਉਹ ਸੁਚੇਤ ਹੋ ਸਕਦੇ ਨੇ। ਅਸੀਂ ਕਮਿਊਨਿਟੀ ਐਟ ਲਾਰਜ ਸੁਚੇਤ ਹੋ ਸਕਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਇੱਕ ਚੀਜ਼ ਨੂੰ ਆਸ਼ਿਆਨਾ ਪੈਸੇ ਦੇ ਰੂਪ ਦੇ ਵਿੱਚ ਖਰੀਦਣ ਦੇ ਲਈ ਪੈਸੇ ਦੀ ਅਹਿਮੀਅਤ ਵੱਧ ਗਈ ਹੈ, ਕਿਉਂਕਿ ਐਕਸਚੇਂਜ ਹੈ ਜਿਹੜੀ ਕਿਸੇ ਵੀ ਚੀਜ਼ ਦਾ ਬਦਲਾਅ ਹੈ ਉਹ ਪੈਸਾ ਹੈ। ਔਰ ਉਸ ਦੀ ਪ੍ਰਾਪਤੀ ਦੇ ਲਈ ਅੰਨ੍ਹੇਵਾਹ ਜਿਹੜਾ ਚੱਲਣਾ ਹੈ। ਔਰ ਖਾਸ ਤੌਰ ਦੇ ਉੱਤੇ ਆਪਾਂ ਜੇ ਦੇਖਿਆ ਜਾਵੇ ਮੇਰੇ ਮਾਸ਼ਰੇ ਦੇ ਵੱਲ ਨੂੰ ਮੈਂ ਗੱਲ ਕਰਨੀ ਆ ਤਾਂ ਨਿਰਸੰਦੇਹ ਜਦੋਂ ਇੱਕ ਥਾਂ ਤੋਂ ਪੱਟ ਕੇ ਤੁਸੀਂ ਦੂਸਰੀ ਥਾਂ ਦੇ ਉੱਤੇ ਲੱਗਦੇ ਹੋ ਤੁਹਾਡੀਆਂ ਪ੍ਰਾਇੋਰਟੀਜ਼ ਡਿਫਰੈਂਟ ਹੁੰਦੀਆਂ ਨੇ। ਮੁੜ ਬਹਾਲੀ ਹੈ ਜਿਹੜੀ ਉਸ ਭਾਵਨਾ ਦੇ ਅੰਤਰਗਤ ਫਿਰ ਪ੍ਰੋਵਾਈਡ ਕਰਨ ਦੀ ਭਾਵਨਾ ਦੇ ਅੰਤਰਗਤ ਅਸੀਂ ਇਸ ਪ੍ਰਕਾਰ ਮਸਰੂਫ ਹੋ ਜਾਂਦੇ ਹਾਂ ਕਿ ਭਵਿੱਖ ਦੇ ਵਿੱਚ ਕੀ ਹੋ ਸਕਦਾ ਉਸ ਦੇ ਬਾਰੇ ਅਸੀਂ ਸੁਚੇਤ ਹੋਣੋਂ ਕਿਤੇ ਨਾ ਕਿਤੇ ਘਟ ਜਾਂਦੇ ਹਾਂ, ਪਿੱਛੇ ਰਹਿ ਜਾਂਦੇ ਹਾਂ, ਜਾਂ ਕਹਿ ਸਕਦੇ ਹਾਂ ਕਿ ਸਾਡੇ ਜ਼ਿਹਨ ਦੇ ਵਿੱਚ ਉਹ ਪ੍ਰਾਇੋਰਟੀ ਨਹੀਂ ਹੁੰਦੀ। ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਹੈ ਜਿਹੜਾ ਜ਼ਿਕਰ ਇੱਥੇ ਕਰਨਾ ਬਣਦਾ ਹੈ ਔਰ ਖਾਸ ਤੌਰ ਦੇ ਉੱਤੇ ਪਾਲਣ ਪੋਸ਼ਣ ਦੇ ਵਿੱਚ। ਇੱਕ ਮੈਨੂੰ ਕਿਸੇ ਨੇ ਗੱਲ ਕੀਤੀ ਆਸ਼ਾ ਪਿਛਲੇ ਹਫ਼ਤੇ ਵੀਕਐਂਡ ਦੇ ਉੱਤੇ। ਹਾਂਜੀ। ਨੌਜਵਾਨ ਲੜਕਾ ਸੀ, ਉਹਨੇ ਮੈਨੂੰ ਕਿਹਾ, ਕਹਿੰਦਾ ਵੀ ਇੱਕ ਕਾਰਨ ਇਹ ਵੀ ਆਂਟੀ ਕਿ ਓਵਰ ਪ੍ਰਿਵਿਲੇਜਡ
ਜਿਹੜੇ ਬੱਚਿਆਂ ਨੂੰ ਬਿਨਾਂ ਮਿਹਨਤ ਕੀਤੇ ਸਭ ਕੁਝ ਪ੍ਰਦਾਨ ਕੀਤਾ ਜਾਂਦਾ ਹੈ, ਦੇ ਬਿਕਮ ਓਵਰ ਪ੍ਰਿਵਿਲੇਜਡ। ਉਹਨਾਂ ਦੀ ਰੀਅਲਿਸਟਿਕ ਜਿਹੜੀਆਂ ਗਰਾਊਂਡਸ ਨੇ ਉਹਨਾਂ ਦਾ ਵਾਹ ਵਾਸਤਾ ਨਹੀਂ ਰਹਿੰਦਾ। ਔਰ ਬੜੇ ਸਰਦੇ ਪੁੱਜਦੇ ਘਰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਰੀਬੀ ਦੀ ਜਾਂ ਪੈਸੇ ਦੀ ਕਮੀ ਨਹੀਂ ਹੁੰਦੀ, ਉਹਨਾਂ ਦੇ ਲੜਕੇ ਲੜਕੀਆਂ ਨੂੰ ਵੀ ਕਹਿੰਦੇ ਰਿਕਰੂਟ ਕਿਵੇਂ ਕਰ ਲਿਆ ਜਾਂਦਾ ਜੇ ਸਿਰਫ ਇਹੀ ਗੱਲ ਹੋਵੇ। ਜਦੋਂ ਤੁਸੀਂ ਰੀਅਲਿਸਟਿਕ ਲਾਈਫ ਆ ਜਿਹੜੀ ਅਸਲ ਜ਼ਿੰਦਗੀ ਆ ਉਹ ਤੋਂ ਜਿੰਨਾ ਜ਼ਿਆਦਾ ਪਰੇ ਰੱਖਿਆ ਜਾਂਦਾ, ਨੌਜਵਾਨ ਤਬਕੇ ਨੂੰ ਪਰੇ ਰੱਖਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਹਰ ਮਾਪਾ ਚਾਹੁੰਦਾ ਜੋ ਮੈਨੂੰ ਨਹੀਂ ਮਿਲਿਆ ਮੈਂ ਆਪਣੇ ਬੱਚੇ ਨੂੰ ਪ੍ਰੋਵਾਈਡ ਕਰਾਂ, ਔਰ ਬੱਚੇ ਸੋਚਦੇ ਆ ਕਿ ਨਹੀਂ ਜੀ ਇਹ ਤਾਂ ਸਾਡਾ ਬਰਥ ਰਾਈਟ ਹੈ। ਉਹ ਵੀ ਇੱਕ ਬਹੁਤ ਵੱਡਾ ਕਾਰਨ ਬਣਦਾ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਜੋ ਉਸ ਨੂੰ ਮਿਲ ਰਿਹਾ ਹੈ ਉਸ ਨੂੰ ਐਪਰੀਸ਼ੀਏਟ ਕਰਨ ਦੀ ਜਿਹੜੀ ਭਾਵਨਾ ਅਗਰ ਬਚਪਨ ਦੇ ਵਿੱਚ ਜਗਾ ਦਿੱਤੀ ਜਾਵੇ ਤਾਂ ਤੁਸੀਂ ਦੇਖੋਗੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਫੈਸਲਿਆਂ ਦੇ ਜਿਹੜੇ ਤੌਰ ਤਰੀਕੇ ਨੇ ਔਰ ਜਿਹੜੇ ਲਏ ਹੋਏ ਫੈਸਲਿਆਂ ਦੇ ਰਿਜ਼ਲਟ ਬਿਲਕੁਲ ਵੱਖਰੇ ਹੋਣਗੇ। ਜੋ ਮਿਲਿਆ ਜੇ ਤੁਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਹੋ ਤਾਂ ਤੁਹਾਨੂੰ ਖੋਣ ਦੀ ਲੋੜ ਨਹੀਂ ਪੈਂਦੀ, ਭਾਵਨਾ ਨਹੀਂ ਪੈਦਾ ਹੁੰਦੀ। ਜੇ ਤੁਸੀਂ ਓਵਰ ਪ੍ਰਿਵਿਲੇਜਡ ਹੋ ਤਦ ਵੀ ਤੁਸੀਂ ਖੋਨੇ ਹੋ ਕਿ ਨਹੀਂ ਇਹਦਾ ਤਾਂ ਸਿਰਫ ਔਰ ਸਿਰਫ ਮੇਰਾ ਹੱਕ ਹੈ ਔਰ ਮੈਂ ਹੀ ਪ੍ਰਾਪਤ ਕਰ ਸਕਦਾ। ਅਕਸਰ ਗੈਂਗਸ ਐਕਟੀਵਿਟੀਜ਼ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਸ਼ਾਮਲ ਹੁੰਦੇ ਜਿਨ੍ਹਾਂ ਤੋਂ ਜਾਂ ਖੋਇਆ ਗਿਆ ਹੋਵੇ ਜਾਂ ਜਿਹੜੇ ਸੋਚਦੇ ਹੋਣ ਕਿ हाँ मैं खो सकता हूँ। जी, वैसे जैसे गैंग्स के बारे में बात करते हैं, कई बार आपने सुना होगा कि बच्चे गैंग से निकलना बाहर चाहते हैं लेकिन निकल नहीं पाते। जी, तो सवाल अक्सर ये उठता है कि कैन यू गेट आउट ऑफ अ गैंग? गेटिंग आउट ऑफ अ गैंग isn't easy, but it's possible with persistence. It is worth it. Remember that you're not alone, and many other people have left gangs before. Every day there are young people worldwide breaking out of gang control. So easy नहीं है लेकिन नामुमकिन भी नहीं है। आप अगर लगातार इस पे वर्क करोगे तो यू कैन गेट आउट ऑफ गैंग, बट गैंग मेंबर्स के सहमति से, और नहीं सहमति होगी तो फिर आपका चांसेस नहीं है जीने का। ਨਾਲੇ ਇੱਕ ਗੱਲ ਇਹ ਵੀ ਆਸ਼ਾ ਨਾ ਜਦੋਂ ਕਿਸੇ ਨੇ ਧਾਰਿਆ ਹੋਵੇ ਨਾ ਵੀ ਜਾਣ ਬਾਰੇ ਵੀ ਹਾਂਜੀ। ਤਾਂ ਤੁਸੀਂ ਰੋਕ ਨਾ ਸਕਦੇ, ਹਾਂਜੀ। ਤੇ ਜੇ ਤੁਸੀਂ ਨਿਕਲਣ ਬਾਰੇ ਵੀ ਧਾਰ ਲਿਆ ਤਦ ਵੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਜੀ। ਹਾਂ, ਜੇ ਤੁਸੀਂ ਡਬਲ ਮਾਈਂਡਡ ਹੁੰਦੇ ਹੋ, ਜੇ ਤੁਸੀਂ ਡਬਲ ਮਾਈਂਡਡ ਹੁੰਦੇ ਹੋ ਤਾਂ ਉਹ ਤੁਹਾਡੀ ਡਬਲ ਮਾਈਂਡਡਨੈਸ ਦਾ ਨਜਾਇਜ਼ ਫਾਇਦਾ ਜਿਹੜਾ ਉਠਾਇਆ ਜਾ ਸਕਦਾ ਵੀ ਹਾਂ ਇਹਦਾ ਆਪਣਾ ਮਨ ਨਹੀਂ ਬਣਾ ਪਾਉਂਦਾ ਮੈਂ ਬਣਾਉਣਾ। ਝਿਜਕਦੇ ਬਹੁਤ ਸਾਰੇ ਲੋਕ ਨੇ ਜਿਹੜੇ ਨਾ ਜਾਈਏ ਨਾ ਜਾਈਏ ਡਬਲ ਮਾਈਂਡਡਨੈਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰਿਕਰੂਟ ਕਰ ਲਿਆ ਜਾਂਦਾ ਤੇ ਉਹਨਾਂ ਤੇ ਪ੍ਰਭਾਵ ਪਾ ਕੇ ਦਬਾ ਕੇ ਰੱਖਿਆ ਜਾਂਦਾ। यस, और साथ साथ कहते हैं कि आपको शायद पता होगा because you have dealt with a lot of people with the same gang related issues. What is the number one rule of gangsters? ਮਰ ਜਾਣਾ ਦੱਸਣਾ ਨਹੀਂ, ਚੁੱਪ ਚੁੱਪ ਸਭ ਤੋਂ ਜ਼ਿਆਦਾ ਸੀਕ੍ਰੇਟ ਹੈ ਚੁੱਪ। जी हाँ, वैसे कहते हैं कि ਕਹਿੰਦੇ ਦੂਜੇ ਦੇ ਰੈਟ ਹੁੰਦਾ ਨਾ। हाँ, राइट। गैंगस्टर्स के 3 रूल होता है। पहला, you must never betray any of the secrets. कोई भी गैंग रिलेटेड जो तुम लोगों की सीक्रेट है वो कभी किसी को दूसरे को नहीं बताना। You cannot betray that. You must never violate the woman, the wife or children of another member. किसी के बीवी और बच्चों पर हाथ नहीं रखना। तीसरा, never become involved with narcotics. ये 3 रूल है, और ज़्यादा करके देखा गया है कि गैंग्स के दरमियान जब लड़ाइयाँ होती है तो इन तीन ਤਿੰਨੇ चीज़ों ਕਾਰਨਾਂ के ਕਰਕੇ ਹੁੰਦੀ ਹੈ। कारण होते हैं, और that's what it is. इसीलिए कई लोग कहते हैं गैंग्स तो बड़े अच्छे हैं, वो तो ये सारी बातें सिखाते हैं। पर ਉਹਨਾਂ ये- ਦੇ ਰੂਲਸ ਨੇ। हाँ जी, ये रूल्स उनके अपने गैंग के लिए। ਆਪਣੇ ਮੈਂਬਰਾਂ ਦੇ ਪ੍ਰਤੀ ਨੇ, ਇਹ ਬਾਹਰਲੀ ਦੁਨੀਆ ਦੇ ਪ੍ਰਤੀ ਇਹ ਰੂਲਸ ਨਹੀਂ ਹਨ। ਬਾਹਰਲੀ ਦੁਨੀਆ ਜਿਹੜੀ ਆ ਉਹ ਗੈਂਗ ਦੇ ਵਿੱਚ 100 ਮੈਂਬਰ ਵੀ ਹੋ ਸਕਦਾ, 10 ਵੀ ਹੋ ਸਕਦੇ ਆ, 50 ਵੀ ਹੋ ਸਕਦੇ ਆ। ਵੈਸੇ 4 ਬੰਦੇ ਤੇ 4 ਬੰਦਿਆਂ ਤੋਂ ਉੱਤੇ ਨੂੰ ਗੈਂਗ ਕਿਹਾ ਜਾਂਦਾ ਨਾ। ਸੋ ਇਸ ਕਰਕੇ ਚੁੱਪ ਦੱਸਣਾ ਨਹੀਂ हाँ जी, ਇਹ ਵੱਡਾ ਰੋਲ ਅਦਾ ਕਰਦਾ ਹੈ
ਵੱਡਾ ਔਰ ਜਦੋਂ ਪੁਲਿਸ ਫੜ ਕੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਇਹਨਾਂ ਨੂੰ ਚੁੱਪੀ ਜਿਹੜੀ ਆ ਉਹ ਤੋੜਨ ਦੀ ਕੋਸ਼ਿਸ਼ ਕਰਦੀ ਹੈ जी ਸੋ ਦੈਟ ਦੇ ਕੁਡ ਗੈਟ ਸਮਥਿੰਗ ਆਊਟ ਆਫ ਇਟ वैसे कई बार हम लोग ना कई फॉर्मूलाज होते हैं उनकी जो छोटी वर्ड्स होते हैं वो हम डिस्कस करते हैं फॉर एग्जांपल अपने भी काम में बहुत सारी चीज़ें हैं जो हम शॉर्ट फॉर्म में बात करते हैं कोड्स होते हैं इसी तरह से हमारे पुलिस ऑफिसर्स दे हैव देयर ओन एब्रिविएशंस कोड्स होते हैं इस तरह से गैंग्स का भी अपने कोड्स होते हैं जब वो एयर बोलते हैं तो उसका मतलब होता है इग्नोर समथिंग नॉट वर्थ टॉकिंग अबाउट जब गैंग्स बैठ के बात करते हैं तो अगर कोई एयर बोल दिया तो उसके मतलब चुप हो जाओ इसके बारे में बात करने की कोई ज़रूरत नहीं है अलाउ इट उसका मतलब होता है स्टॉप इट ऑपोजिट है उसका मतलब बेट इजी टू गेट कॉट अगर कहीं बैठे हो अगर किसी ने बेट बोल दिया तो इसका मतलब है तेरे इर्द गिर्द खतरा है पकड़े जाओगे बेयर लॉट्स ऑफ बीफ मीन्स ट्रबल अगर कोई सामने बैठा है किसी ने बीफ बोल दिया इसका मतलब खतरा ट्रबल है बर्नर इसका मतलब है चीप फोन पे एज यू गो ही हैज अ बर्नर पे एज यू गो फोन है इसके पास एंड्स उसका मतलब होम एरिया है फैम दैट मीन्स फैमिली फूड मीन्स ड्रग्स गैंग लैंग्वेज में खाना का मतलब ड्रग्स है हैन मीन्स अल्कोहलिक ड्रिंक है मर्क मर्डर और किल M-E-R-K मर्क निटी इसका मतलब है derogatory name for female निटी on fleek इसका मतलब perfect शाबाशी on fleek pagan person who moves between gangs or has no affiliation shank इसका मतलब है stabbed या something to do with a knife I shanked him, stabbed him. Scat, derogatory name of a female. Slipping, being in the wrong area, not being prepared for something. Strap means gun. Use a strap, that means gun. Whip, whip का मतलब होता है गाड़ी कार whip तो छमक होती है या पर आप गैंग नहीं हो ना जब गैंग मेंबर हो गए तो आपको मतलब पड़ेगा कि whip का मतलब है गाड़ी whips here और get in the whip get in the car so इस तरह के जो है वो बातें होती है गैंग्स के दरमियान कहते ब्रांड्स क्या होते हैं इनके what might look plain or inexpensive could actually cost a lot of money You may question how a young person could afford these items, worth hundreds or even thousands of pounds. ये सवाल मैं अक्सर कहती हूँ कि बच्चे कुछ भी घर पे लेकर आते हैं छानबीन करो बी अ डिटेक्टिव मैं तो हमेशा ऐसे करती हूँ अंडरकवर डिटेक्टिव क्या क्या है क्या नहीं है several symbols जो कॉमन गैंग टैटूज में यूज़ करते हैं टैटूज हर कोई पसंद करता है लेकिन कुछ सर्टन टैटूज होते हैं जिसका आपको खतरा जानना चाहिए अगर बच्चे टैटू करा के आते हैं तो उनकी मीनिंग क्या होता है ये आपको सोचना समझना बहुत ज़रूरी है रोजरी बीड्स विद अ क्रॉस ऑन द हैंड ये गलत है अ हार्ट विथ पाउंड और अ डॉलर साइन ऑन द हैंड हाथ में एक हार्ट होगा हार्ट में पाउंड या डॉलर का साइन होगा ये गैंग की टैटूज होते हैं फैमिली लॉयल्टी रिस्पेक्ट वर्डिंग वो भी गैंग्स की टैटूज होते हैं पोस्ट कोड्स लेटर्स एंड नंबर्स मनी ओवर बिचेस MOB ये भी कई लोग टैटू करते हैं मनी ओवर बिचेस MOB हाँ जी वैड्स रोल्स ऑफ कैश डॉलर्स पेपर मनी सोल्जर का भी कभी कभी टैटू करते हैं वो एक गैंग सोल्जर होते हैं निक नेम्स एंड स्ट्रीट नेम्स रिप टैटूज बहुत सारे ऐसे टैटूज बनते हैं जो वेरी क्वेश्चनेबल होते हैं सो दीज आर द टैटूज जो हमारे यूजुअली गैंग मेंबर्स इस्तेमाल करते हैं
सवाल ये भी होता है दीदी कि गैंग की पैदाइश तो हमें पता चल गया, लेकिन वो लास्ट कितने दिन तक करते हैं? गैंगस्टर का गैंग, गैंग के ये जो कारगुजारी है कितने लेंथी टाइम हो सकता है? हाउ लॉन्ग डज इट लास्ट? कहते हैं majority of youth who join a gang, the average amount of time they remain active in the gang is 1 to 2 years, and fewer than 1 in 10 gang members report involvement for 4 or more years. गैंग में आते हैं, एक तो सर्वाइव, कई उसमें से सर्वाइव नहीं कर पाते हैं, और जो सर्वाइव कर पाते हैं वो 1 साल से 4 साल के दरमियान निकल जाते हैं. सो ये गैंग की लाइफ है, क्योंकि इन बिटवीन और नए नए रिक्रूट्स जो करते हैं, फिर दे टेक ओवर, फिर उसके आगे जो आते हैं दे टेक ओवर. यू कैन नॉट सिट इन द गैंग फॉर दैट लॉन्ग. वैसे भी ਕਹਿੰਦੇ 24-25 ਸਾਲਾਂ ਤੱਕ ਬੜੀ ਮੁਸ਼ਕਲ ਨਾਲ ਸਰਵਾਈਵ ਕਰਦੇ ਆ. ਮੈਕਸਿਮਮ ਏਜ ਹੈ ਜਿਹੜੀ 35 ਸਾਲਾਂ ਤੱਕ ਹੁੰਦੀ ਹੈ. जी, कहते हैं कि जब आप गैंग को छोड़ते हो, लीव करते हो, तो क्या होता है? Contrary to popular myth, the vast majority will not face the threat of violence from their gang brethren when they leave, although they may continue to be targeted by rivals. And many will meet hostile treatment from social institutions that refuse to accept their status as former gang members. गैंग को छोड़ने के बाद ये ज़रूरी नहीं है कि आपके ही गैंग के लोग आपको ख़तरा बनेंगे आपके लिए, पर ਜਿਹੜੇ राइवल्स हैं जिनके साथ आपने दुश्मनी की है, किसी चीज़ की कुछ हुई है, कोई काम किया या दुश्मनी कड्ढणगे, वो आपके दुश्मनी कटेंगे, और समाज आपको बहुत जल्दी एक्सेप्ट नहीं करेंगे, क्योंकि हमेशा तुम्हारे नाम के साथ फॉर्मर गैंग मेंबर शामिल होता है. चाहे वो पुलिस अथॉरिटी हो या घर के जानने पहचाने लोग हो, फ्रेंड्स हो, वो सारे तुम्हारे नाम के सामने फॉर्मर गैंग मेंबर ज़रूर इस्तेमाल करते हैं. सो दैट इज़ नॉट गुड. गैंग के कई कोड्स होते हैं. Ethic and morals are based in respect and reputation for the gang and for its individual members. Members are thus motivated to protect and enhance individual and gang respect and reputation. Any disrespect or challenge to the gang, one of its members requires a response or a punishment. So ये code होता है आपकी gang का. ਆਪਣੇ ਤਰੀਕੇ ਨਾਲ ਕਹਿੰਦੇ ਨੇ ਵੀ ਵਿਧੀ ਵਿਧਾਨ ਦੇ ਨਾਲ ਇਹਨਾਂ ਦਾ ਆਪਣਾ ਇੱਕ ਸਿਸਟਮ ਚੱਲਦਾ ਹੈ, ਔਰ ਉਸ ਸਿਸਟਮ ਦੇ ਆਪਣੇ ਕਾਇਦੇ ਕਾਨੂੰਨ ਨੇ. ਉਹਨਾਂ ਦੇ ਵਿੱਚ ਜੇ ਤੁਸੀਂ ਨਿਕਲਦੇ ਹੋ ਤਾਂ ਉਸ ਟਾਈਮ ਦੇ ਵਿੱਚ ਜਿਹੜੀਆਂ ਪਾਲੀਆਂ ਹੋਈਆਂ ਦੁਸ਼ਮਣੀਆਂ ਨੇ ਉਹਨਾਂ ਨੂੰ ਫਿਰ ਬਾਕੀ ਰਹਿੰਦੀ ਜ਼ਿੰਦਗੀ ਝੱਲਣਾ ਪੈਂਦਾ ਹੈ, ਜਿੰਨੀ ਕੁ ਵੀ ਹੈ, ਕਿਉਂਕਿ ਵੈਸੇ ਤਾਂ ਗੈਂਗਸਟਰ ਦੀ ਮੰਨਿਆ ਹੋਇਆ ਕਿ ਜ਼ਿੰਦਗੀ ਜਿਹੜੀ ਬਹੁਤ ਜ਼ਿਆਦਾ ਥੋੜ੍ਹੀ ਹੁੰਦੀ ਹੈ, ਔਰ ਉਹ ਆਪੋ ਆਪਣੇ ਲੈਵਲ ਦੇ ਉੱਤੇ. ਕਿ ਨਹੀਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ 20-22 ਸਾਲਾਂ ਦੇ ਮਤਲਬ ਲੜਕੇ ਦਾ ਕਤਲ ਦਿਨ ਦਿਹਾੜੇ, ਕੈਨ ਯੂ ਇਮੈਜਿਨ ਦੈਟ? ਨੋ. ਹੋਰ ਕਿਸੇ ਨੂੰ ਕਰਨ ਦੀ ਕੀ ਲੋੜ ਹੈ, ਅਨਲੈਸ आपस में कितने राइवल्टी नहीं चल रही. और गैंग्स के दीदी सिग्नल्स भी बड़े अजीब होते हैं. इनके अपने हैंड सिग्नल्स होते हैं. मुट्ठी बंद करना, या 1 फिंगर उठाना, या 2 फिंगर उठाना, या 3 करना, या 4 करना, या 5 करना. इनके अलग अलग मीनिंग्स होते हैं. So जब आप गैंग्स के साथ बैठते हैं on like typical consensus where each person only has one vote, yes or no. Fist to 5 voting is a method to gauge the general level of agreement based on how many fingers each meeting participant holds up. A fist indicates no agreement. अगर ऐसे हुआ तो इसका मुट्ठी बंद में कोई सलाह नहीं है. अगर whereas holding up 5 fingers express total unity. अगर ऐसे हुआ तो इसका मतलब कि सारे इकट्ठे हैं. सारे इकट्ठे हैं. जो मुट्ठी बंद है तो उल्टा है ना. मुट्ठी बंद है इसका मतलब कि इसमें डिसएग्रीमेंट है जी. एवरीबडी इज नॉट ऑन द सेम पेज. तो ये जो इनके टॉकिंग मेथड्स है, ये क्या है, और why do guys hold up 4 fingers? इसका क्या मतलब है 4 उंगलियां उठाना. Known as the silent signal, the trend so uses tucking in their thumbs into their palms, holding 4 fingers up face forward, and then closing them into a fist. This means to signal that someone is in danger. अगर इस तरह से 4 उंगलियां है तो इसके मतलब है खतरा है, someone is in danger. ऐं करके चाहे नो ऐं करके ऐ करके
इसका मतलब है कि कुछ होने आसपास वाला- खतरा है। खतरा है, आसपास नहीं खतरा है, आप समझ नहीं रहे हैं। कहते हैं कि सिग्नल दैट समवन इज इन डेंजर, उस ग्रुप में किसी एक का किस खतरा? कोई कुछ ना कुछ प्रॉब्लम है, समवन इज इन डेंजर। सो इनका 3 उंगलियां उठाना भी एक अलग भाषा है, इनका अलग लैंग्वेज है। 2 का अलग है, pointing one is अलग as well. So every finger का इनका कुछ ना कुछ descriptions है। जो 2 fingers है, what does that mean? इसका क्या है? कहते to express anger at someone in a very rude way by holding up your first 2 fingers in the shape of a V with your palm facing you. इसका मतलब है कि there is anger, किसी के साथ गुस्सा बहुत है। अच्छा, कुछ भी कहने की बजाय इंज कर दो भी हाँ भी मैं तो गुस्से हाँ। या सो ये सारे जो है लैंग्वेज है इनका, इट्स गैंग्स के लिए इट्स नॉट इजी, दे लर्न ऑल दिस थिंग्स, दे लर्न अलोंग। किसी का अपना कोई कोड वर्ड हो गया, किसी का कुछ हो गया, देयर इज ऑलवेज अ डिफरेंट थिंग्स दैट गैंग्स हैव एक्चुअली इन देयर माइंड। कई तरह के ग्राफिटीज आप देखोगे, टैटूज देखोगे, वो गैंग्स के एक सिंबल होता है, एंड एवरी गैंग हैज अ डिफरेंट सिंबल। और ये सारी जब हम बातें करते हैं, बच्चों को हमें ये भी सिखाना चाहिए कि गैंग्स के अंदर कितना ज़्यादा मेंटल हेल्थ सिचुएशन होते हैं। जी, they are involved, youth had higher levels of anxiety, depression, moral disengagement and rumination. इसके साथ साथ एंजाइटी इनकी कितनी बढ़ जाती है जब आप गैंग्स में जाते हो। the rates of psychosis, anxiety, alcohol and drug dependence, ये सारे गैंग्स में जॉइंट होने से होता है। डिसऑर्डर, हिस्ट्री ऑफ अटेम्प्टेड सुसाइड इन दिस स्टडी, और ये सारे जो है गैंग मेंबर्स के साथ ज्वाइन होने के बाद होता है। कुछ बच्चे ऐसे होते हैं जो इन गैंग्स के माहौल नहीं पसंद करते, वो सुसाइडल हो जाते हैं और दे ड्रग एंड अल्कोहल अब्यूज़ करने लगते हैं, बिकॉज दे आर ऑलरेडी इन देयर, दे हैव नो चॉइस नाउ बट टू गो थ्रू ऑल दिस। ये सारी बातें ज़रूर है। खैर, गैंग एंड यूथ वायलेंस के बारे में हम बात कर रहे हैं। वापस आएंगे जी कुछ व्यापारिक संदेशों के बाद। रोजाना खबरों विच असॉल्ट, सैक्शुअल असॉल्ट, थेफ्ट, ड्राइविंग ऑफेंसेस ते होर बड़ी क्रिमिनल एक्टिविटीज बारे सुनते हाँ। कई बारी गਊਮਾਰ हो जाती है। चालबाज लोग साਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। अगर तुसी भी क्रिमिनल चार्जेस का सामना कर रहे हो तो नौजवान वकील जो 4 प्रोविंस BC, अल्बर्टा, मैनीटोबा, ओंटारियो विच गुंझलदार केसेस जित्ते हैं, क्रिमिनल लॉयर गगन नाहल। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 47 69 6625 152 A Street, Surrey। For all criminal charges call Gagan Nahal 604 527 4769। ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 604 503 0988। ਬਲੈਕ ਐਂਡ ਵਾਈਟ ਆਟੋ ਬੋਡੀ। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345। Your number 204-2589 Cedar Park Place, Abbotsford. Anchor Mortgage Canada। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਅੱਜ ਖਾਸ ਤੌਰ ਤੇ ਨੌਜਵਾਨ ਤਬਕੇ ਦਾ ਹਿੰਸਕ ਵਾਰਦਾਤਾਂ ਦੇ ਵਿੱਚ ਸ਼ਮੂਲੀਅਤ ਹੋਣੀ ਔਰ ਉਹਦੇ ਨਾਲ ਗੈਂਗਸ ਦਾ ਪ੍ਰਭਾਵ ਕਿਸ ਪ੍ਰਕਾਰ ਕਬੂਲਦੇ ਹੋ,
ਬੱਚਿਆਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਕਿੰਨੇ ਜ਼ਿਆਦਾ ਸਾਇੰਸ ਦੱਸੇ ਆਸ਼ਾ ਨਾ, ਜੀ ਕਿੰਨੇ ਅਲਫਾਜ਼ਾਂ ਦੀ ਗੱਲ ਕੀਤੀ ਹੈ ਕਿ ਗੈਂਗਸ ਲਾਈਫ ਸਟਾਈਲ ਦੇ ਵਿੱਚ ਇਹ ਅਲਫਾਜ਼ ਇਸ ਗੱਲ ਲਈ ਵਰਤੇ ਜਾਂਦੇ ਆ। ਤੁਹਾਡੇ ਨਾਲ ਸਾਂਝੇ ਕਰਨ ਦਾ ਮਕਸਦ ਸਾਡਾ ਇਹ ਹੈ ਕਿ ਅਗਰ ਤੁਹਾਡੇ ਆਪਣੇ ਪਰਿਵਾਰ ਦੇ ਬੱਚੇ ਜਾਂ ਆਸ-ਪਾਸ ਜਾਣ ਪਛਾਣ ਦੇ ਬੱਚੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਆ ਤਾਂ ਸਮਝੋ, ਇੱਕਦਮ ਚਤੰਨ ਹੋਵੋ, ਦੇਖੋ ਕਿ ਉਹਨਾਂ ਦੀ ਅਫੀਲੀਏਸ਼ਨ ਹੈ ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਦੇ ਨਾਲ ਕਿਸ ਪ੍ਰਕਾਰ ਹੈ। ਉਹਨਾਂ ਦੇ ਨਾਲ ਵਾਲਿਆਂ ਨਾਲ ਇਹ ਗੱਲਬਾਤ ਹੈ ਜਾਂ ਕਿ ਉਹ ਖੁਦ ਕਿਸੇ ਕੀ ਗੈਂਗ ਦੇ ਮੈਂਬਰ ਬਣ ਚੁੱਕੇ ਹੈ, ਚਾਹੇ ਮੁੱਢਲੇ ਹਿੱਸੇ 'ਚ ਨੇ, ਚਾਹੇ ਅਕਸਰ ਆਸ਼ਨਾ ਇਹ ਹੁੰਦਾ ਕਿ ਮਾਪਿਆਂ ਦਾ ਅਖੀਰ 'ਚ ਹੀ ਪਤਾ ਲੱਗਦਾ, ਕਿਉਂਕਿ ਜਵਾਕ ਜਿਹੜੇ ਨੇ ਉਹ ਛੁਪਾਉਣ ਦੇ ਵਿੱਚ ਬੜੇ ਤੇਜ਼ ਔਰ ਬੜੇ ਨਿਪੁੰਨ ਹੋ ਜਾਂਦੇ ਨੇ। ਗੈਂਗ ਲਾਈਫ ਸਟਾਈਲ ਹੈ ਜਿਹੜੀ ਹਿੰਸਕ ਵਾਰਦਾਤਾਂ ਦੀ ਲਾਈਫ ਸਟਾਈਲ ਆ, ਇਹਦੇ ਵਿੱਚ ਹਰ ਗੱਲ ਲੁਕਾਉਣ 'ਚ, ਝੂਠ ਬੋਲਣ ਦੇ ਵਿੱਚ ਮਹਾਰਤ ਹੈ ਜਿਹੜੀ ਬੱਚੇ ਆਪਣੇ ਆਪ ਪੂਰੀ ਤਰ੍ਹਾਂ ਪਰਪੱਕ ਹੋ ਜਾਂਦੇ ਨੇ। ਔਰ ਉਸ ਤੋਂ ਬਾਅਦ ਬਾਹਰ ਸਮਾਜਿਕ ਭਾਈਚਾਰੇ ਦੇ ਵਿੱਚ ਸਾਂਝ ਹੈ ਜਿਹੜੀ ਛੇਤੀ ਕਿਤੇ ਤੁਹਾਡੇ ਬੱਚੇ ਬਾਰੇ ਕੋਈ ਦੱਸ ਕੇ ਰਾਜੀ ਨਹੀਂ, ਕਿਉਂਕਿ ਅਸੀਂ ਪਸੰਦ ਨਹੀਂ ਕਰਦੇ। ਸਾਹਮਣੇ ਵਾਲੇ ਨੂੰ ਪਤਾ ਕਿ ਅਸੀਂ ਕਿਸੇ ਦੇ ਜਵਾਕ ਬਾਰੇ ਕੋਈ ਗਲਤ ਗੱਲ ਕਹਾਂਗੇ ਤਾਂ ਕਿਤੇ ਸਾਨੂੰ ਨਾ ਉਲਟਾ ਪੈ ਜਾਣ। ਇਹ ਭਾਈਚਾਰਕ ਸਾਂਝ ਜਿਹੜੀ ਖਤਮ ਹੋਣ ਦੇ ਕਾਰਨ ਜਿਹੜਾ ਨੌਜਵਾਨ ਤਬਕਾ ਉਹਦੀ ਹਿੰਸਕ ਵਾਰਦਾਤਾਂ ਵੱਲ ਨੂੰ ਜਿਹੜਾ ਰੁਝਾਨ ਹੈ ਉਹਦੇ ਵਿੱਚ ਨਿਰੰਤਰ ਵਾਧਾ ਹੋਇਆ, ਸਾਨੂੰ ਇਹ ਮੰਨਣਾ ਪਏਗਾ। ਉਹ ਇੱਕ ਸਮਾਂ ਸੀ ਜਦੋਂ ਕਹਿੰਦੇ ਸੀ ਇੱਕ ਬੱਚੇ ਨੂੰ ਪਾਲਣ ਲਈ ਪੂਰਾ ਪਿੰਡ ਰੇਜ਼ ਕਰਦਾ ਬੱਚੇ ਨੂੰ ਜੀ, ਔਰ ਉਹਦੇ ਵਿੱਚ ਔਰ ਛੋਟੇ ਪਰਿਵਾਰਾਂ ਦੇ ਵਿੱਚ ਸਾਡੀ ਸਮਾਜਿਕ ਪਰਿਸਥਿਤੀਆਂ ਨੇ ਬਹੁਤ ਵੱਡਾ ਇਸ ਗੱਲ ਦੇ ਵਿੱਚ ਯੋਗਦਾਨ ਪਾਇਆ ਹੈ। बिल्कुल वी आर टुवर्ड्स द एंड ऑफ द प्रोग्राम। मैं सिर्फ इतना ही कहूँगी कि देयर इज सो मच दैट वी कैन टॉक अबाउट गैंग एंड यूथ वायलेंस, लेकिन शुरुआत में मैंने एक बात कही थी कि कौन है, कैसा बच्चा है जो गैंग्स में रिक्रूट होने का सबसे ज़्यादा डर होता है। वो है जो ओवर रिलायंस ऑन एंटी सोशल पीयर्स है, जी, पुअर पेरेंटल सुपरविजन है, अल्कोहल और ड्रग अब्यूज़ है, पुअर एजुकेशनल और एम्प्लॉयमेंट पोटेंशियल है। ये बच्चों पर ज़्यादा नज़र रखना चाहिए क्योंकि ये बच्चे फिसलने में देर नहीं लगाएंगे। जी, अपने अपने बच्चों का ज़रूर ख्याल करो। Give them more and more time and quality time. Giving them time is not something that is going to help this if you don't give them a quality time. And quality time means that how much friendship, how much closeness, how much comfortableness आप अपने बच्चों को देते हो। बच्चों के साथ टाइम प्रेजेंट करना ये नहीं है कि बैठकर आप ड्रामा देखो, टीवी देखो, बच्चे इधर उधर घूमता है, दैट मीन्स स्पेंडिंग टाइम विद द किड। ये बच्चों के साथ टाइम स्पेंड करना नहीं होता है। बच्चों के साथ टाइम स्पेंड करना होता है जब आप अपने फ़ोन, अपने जो गॉसिप्स, अपने ये सब कुछ छोड़कर पूरा का पूरा जो आपका टाइम है, फोकस है, वो बच्चों पर होता है। एक एज अ फ्रेंड, एज यू नो, उनके उम्र के एक पर्सन बनकर उनके साथ टाइम स्पेंड करना होता है। आई गेस इस टॉपिक पे हम आगे चलकर भी प्रोग्राम्स लेकर आएंगे। आज के इस प्रोग्राम में साथ देने के लिए शुक्रिया। अंटिल नेक्स्ट टाइम, बी गुड एंड बी सेफ। ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।